ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ। ਸੋ ਪੋਲੀਟੀਕਲ ਸਾਇੰਸ ਦੀ ਵੀਡੀਓ ਸੀਰੀਜ਼ ਦੇ ਵਿੱਚ ਅੱਜ ਦਾ ਆਪਣਾ ਲਾਸਟ ਟੌਪਿਕ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਸੋ ਕਿਹੜੇ ਪ੍ਰਿੰਸੀਪਲਸ ਜਿਹੜੇ ਨੇ ਉਹ ਡਾਇਰੈਕਟ ਕਰਦੇ ਨੇ ਸਟੇਟ ਦੀਆਂ ਪੋਲਿਸੀਜ਼ ਨੂੰ। ਸੰਵਿਧਾਨ ਦੇ ਵਿੱਚ ਦਿੱਤੇ ਗਏ ਨਿਰਦੇਸ਼ਕ ਸਿਧਾਂਤ ਕਿਹੜੇ ਨੇ। ਸੋ ਕੁਐਸਚਨ ਜਿਹੜਾ ਹੈ ਆਲੋਚਨਾਤਮਕ ਮੁਲਾਂਕਣ ਕਰੋ ਜਾਂ ਫਿਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੇ ਚਰਚਾ ਕਰੋ, ਕਿਵੇਂ ਵੀ ਪੁੱਛਿਆ ਜਾ ਸਕਦਾ। ਸੋ ਲਾਸਟ ਈਅਰ ਵੀ ਇਹ ਕੁਐਸਚਨ ਆਇਆ ਸੀ। ਸੋ ਭਾਰਤੀ ਸੰਵਿਧਾਨ ਵਿੱਚ ਸਰਕਾਰ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਸ਼ਾਮਲ ਹੋਣਾ ਉਸ ਦੀ ਇੱਕ ਵਿਸ਼ੇਸ਼ਤਾ ਹੈ। ਸੰਵਿਧਾਨ ਦੇ ਚੌਥੇ ਭਾਗ ਵਿੱਚ ਧਾਰਾ 36 ਤੋਂ 51 ਤੱਕ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ। ਸੰਵਿਧਾਨ ਬਣਾਉਣ ਵਾਲਿਆਂ ਨੇ ਇਹਨਾਂ ਸਿਧਾਂਤਾਂ ਦਾ ਵਿਚਾਰ ਆਇਰਲੈਂਡ ਦੇ ਸੰਵਿਧਾਨ ਤੋਂ ਲਿਆ। ਇਸ ਤੋਂ ਬਿਨਾਂ ਸਿਧਾਂਤਾਂ ਤੇ ਉਸ ਦੇ ਮਤੇ ਦੀ ਛਾਪ ਹੈ, ਜਿਹੜਾ ਮਤਾ ਕਾਂਗਰਸ ਪਾਰਟੀ ਨੇ 1931 ਦੇ ਵਿੱਚ ਕਰਾਚੀ ਸੈਸ਼ਨ ਹੋਇਆ ਸੀ। ਸੋ ਕਾਂਗਰਸ ਦਾ ਉਸ ਦੇ ਵਿੱਚ 1931 ਦੇ ਵਿੱਚ ਇੱਕ ਜਿਹੜਾ ਸੀਗਾ ਮਤਾ ਪਾਸ ਕੀਤਾ ਸੀ। ਸੋ ਇੱਥੋਂ ਜਿਹੜੇ ਨੇ ਇਹਦੇ ਸਿਧਾਂਤ ਲਏ ਗਏ ਨੇ ਅਤੇ ਨਾਲ ਹੀ ਜਿਹੜਾ ਹੈ ਆਇਰਲੈਂਡ ਦੇ ਸੰਵਿਧਾਨ ਤੋਂ ਵੀ ਬੋਰੋ ਕੀਤੇ ਗਏ ਨੇ। ਉਸ ਮਤੇ ਦੀ ਵਿਸ਼ੇਸ਼ਤਾ ਸੀ ਕਿ ਕਾਂਗਰਸ ਪਾਰਟੀ ਨੇ ਵਿਚਾਰ ਪ੍ਰਵਾਨ ਕਰ ਲਿਆ ਕਿ ਦੇਸ਼ ਦੇ ਲਈ ਜਿਹੜਾ ਕਾਨੂੰਨ ਬਣਾਇਆ ਜਾਵੇਗਾ ਉਸ ਵਿੱਚ ਸਮਾਜਿਕ, ਆਰਥਿਕ, ਲੋਕਤੰਤਰ ਨੂੰ ਪ੍ਰਮੁੱਖ ਸਥਾਨ ਦਿੱਤਾ ਜਾਏਗਾ। ਇਸ ਵਿੱਚ ਕੋਈ ਵੀ ਗਲਤ ਬਿਆਨੀ ਨਹੀਂ ਹੈਗੀ ਕਿ ਸੰਵਿਧਾਨ ਦੇ ਅਨੁਛੇਦ 38, 39, 41, 42, 43 ਅਤੇ 46 ਸਿੱਧੇ ਹੀ ਉਸੇ ਮਤੇ ਤੋਂ ਲਏ ਗਏ ਨੇ। ਇਸ ਕਿਸਮ ਦੀ ਵਿਵਸਥਾ ਕਿਸੇ ਹੋਰ ਮੁਲਕ ਦੇ ਦੇਸ਼ ਦੇ ਸੰਵਿਧਾਨਾਂ ਦੇ ਵਿੱਚ ਨਹੀਂ ਮਿਲਦੀ। ਇਹਨਾਂ ਵਿੱਚ ਵਿਅਕਤੀਆਂ ਦੇ ਕੁਝ ਅਜਿਹੇ ਹੱਕ, ਸਰਕਾਰ ਨੂੰ ਅਜਿਹੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿ ਇਹਨਾਂ ਨੂੰ ਲਾਗੂ ਕਰਨਾ ਸਰਕਾਰ ਦਾ ਫਰਜ਼ ਤਾਂ ਮੰਨਿਆ ਗਿਆ ਹੈ, ਪਰ ਉਹਨਾਂ ਨੂੰ ਅਦਾਲਤਾਂ ਰਾਹੀਂ ਲਾਗੂ ਨਹੀਂ ਕਰਵਾਇਆ ਜਾ ਸਕਦਾ। ਅਰਥਾਤ ਕੁਝ ਐਸੇ ਸਿਧਾਂਤ ਜਿਹੜੇ ਹਰੇਕ ਸਰਕਾਰ ਦੀ ਅਗਵਾਈ ਦਾ ਕੰਮ ਕਰਦੇ ਨੇ। ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਲਈ ਵਿਅਕਤੀ ਦਾ ਸਮਾਜਿਕ, ਆਰਥਿਕ, ਰਾਜਨੀਤਿਕ ਵਿਕਾਸ ਹੋਣ ਦੀ ਪੂਰੀ ਆਸ ਕੀਤੀ ਜਾਂਦੀ ਹੈ ਅਤੇ ਇਸ ਨਾਲ ਕਿਸੇ ਵੀ ਦੇਸ਼ ਵਿੱਚ ਜਿਹੜਾ ਹੈ ਸਮਾਜਿਕ, ਆਰਥਿਕ, ਲੋਕਤੰਤਰ ਸਥਾਪਿਤ ਹੋ ਸਕਦਾ। ਮਤਲਬ ਐਸੇ ਜਿਹੜੇ ਨੇ ਸਿਧਾਂਤ ਦੱਸੇ ਗਏ ਨੇ। ਠੀਕ ਹੈ। ਉਸ ਤੋਂ ਬਾਅਦ 'ਚ ਹੈ ਨਿਰਦੇਸ਼ਕ ਜਿਹੜੇ ਸਿਧਾਂਤ ਹੈ ਉਹਨਾਂ ਦਾ ਏਮ, ਓਬਜੈਕਟਿਵਸ ਕੀ ਹੈ। ਸੰਵਿਧਾਨ ਨਿਰਮਾਤਾਵਾਂ ਦਾ ਵਿਸ਼ਵਾਸ ਸੀ ਕਿ ਮੌਲਿਕ ਅਧਿਕਾਰਾਂ ਦੇ ਦੁਆਰਾ ਰਾਜਨੀਤਿਕ ਲੋਕਤੰਤਰ ਦੀ ਆਧਾਰਸ਼ਿਲਾ ਰੱਖਣਾ ਤਦ ਹੀ ਲਾਭਦਾਇਕ ਹੈ ਜਦੋਂ ਇਸ ਦੇ ਨਾਲ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਵੀ ਕੀਤੀ ਜਾਵੇ। ਠੀਕ ਹੈ। ਇਸ ਲਈ ਉਹਨਾਂ ਨੇ ਨਿਰਦੇਸ਼ਕ ਸਿਧਾਂਤਾਂ ਦੇ ਕੁਝ ਅਜਿਹੇ ਨਿਯਮਾਂ ਦੀ ਰਚਨਾ ਕੀਤੀ ਜਿਨ੍ਹਾਂ ਨੂੰ ਲਾਗੂ ਕਰਕੇ ਕਲਿਆਣਕਾਰੀ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਤਾਂ ਮੇਨਲੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੇ ਉਹ ਤਾਂ ਲਾਗੂ ਕੀਤੇ ਗਏ ਨੇ ਤਾਂ ਕਿ ਲੋਕਤੰਤਰ ਹੋਵੇ ਅਤੇ ਨਾਲ ਹੀ ਸਮਾਜਿਕ, ਆਰਥਿਕ ਲੋਕਤੰਤਰ ਵੀ ਹੋਵੇ, ਜਿਸ ਨਾਲ ਜਿਹੜਾ ਹੈ ਕਲਿਆਣਕਾਰੀ ਰਾਜ ਦੀ ਸਥਾਪਨਾ ਹੋਵੇ। ਅਨੁਛੇਦ 38 ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਅਜਿਹੀ ਸਮਾਜਿਕ ਵਿਵਸਥਾ ਦੀ ਸਥਾਪਨਾ, ਸੁਰੱਖਿਆ ਜਿਸ ਵਿੱਚ ਆਰਥਿਕ, ਸਮਾਜਿਕ, ਰਾਜਨੀਤਿਕ ਨਿਆਂ ਦੀ ਪ੍ਰਾਪਤੀ ਹੋਵੇ, ਜਨਤਾ ਦੇ ਹਿੱਤ ਦੇ ਵਿਕਾਸ ਦੀ ਕੋਸ਼ਿਸ਼ ਕਰੇਗਾ ਅਤੇ ਰਾਸ਼ਟਰੀ ਜੀਵਨ ਦੀ ਹਰੇਕ ਸੰਸਥਾ ਨੂੰ ਇਸ ਦੇ ਸੰਬੰਧ 'ਚ ਸੂਚਿਤ ਕਰੇਗਾ। ਸੋ ਅਨੁਛੇਦ 37 ਦੇ ਅਨੁਸਾਰ ਬੇਸ਼ੱਕ ਇਸ ਭਾਗ ਵਿੱਚ ਸ਼ਾਮਿਲ ਕੀਤੀਆਂ ਜਿਹੜੀਆਂ ਧਾਰਾਵਾਂ ਨੇ ਅਦਾਲਤਾਂ ਦੁਆਰਾ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ, ਪਰ ਫਿਰ ਵੀ ਜੋ ਸਿਧਾਂਤ ਨਿਸ਼ਚਿਤ ਕੀਤੇ ਗਏ ਨੇ ਉਹ ਦੇਸ਼ ਦੇ ਸ਼ਾਸਨ ਕਾਲ ਦਾ ਆਧਾਰਭੂਤ ਨੇ। ਰਾਜ ਦਾ ਇਹ ਕਰਤੱਵ ਹੋਵੇ ਕਿ ਕਾਨੂੰਨ ਬਣਾਉਣ ਸਮੇਂ ਇਹਨਾਂ ਨੂੰ ਲਾਗੂ ਜ਼ਰੂਰ ਕੀਤਾ ਜਾਵੇ। ਠੀਕ ਹੈ। ਸੋ ਅੰਬੇਦਕਰ ਨੇ ਵੀ ਜਿਹੜੇ ਹੈਗਾ ਭਾਰਤੀ ਸੰਵਿਧਾਨ ਲਿਖਿਆ ਕਿ ਭਾਰਤੀ ਸੰਵਿਧਾਨ ਵਿੱਚ ਰੱਖਣ ਦਾ ਉਦੇਸ਼ ਦੱਸਿਆ ਕਿ ਕਿਉਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਨੇ ਸੰਵਿਧਾਨ 'ਚ ਰੱਖੇ ਗਏ ਨੇ। ਉਹ ਕਹਿੰਦੇ ਨੇ ਕਿ ਇਹ ਕਹਿਣਾ ਵਿਅਰਥ ਹੈ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੋਈ ਮੁੱਲ ਨਹੀਂ। ਮੇਰੇ ਵਿਚਾਰ ਵਿੱਚ ਉਹਨਾਂ ਦੀ ਭਾਰੀ ਮਹੱਤਤਾ ਹੈ ਕਿਉਂਕਿ ਉਹ ਦੱਸਦੇ ਨੇ ਕਿ ਸਾਡਾ ਉਦੇਸ਼ ਭਾਰਤ ਵਿੱਚ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ। ਬਿਕੋਜ਼ ਜਿਹੜੇ ਸੀਗੇ ਅੰਬੇਦਕਰ ਉਹ ਇਕਨੋਮਿਸਟ ਸੀ, ਇਕਨੋਮਿਕਸ ਦੀ ਪੜ੍ਹਾਈ ਜਿਹੜੀ ਸੀ ਬਾਹਰੋਂ ਕਰਕੇ ਆਏ ਸੀ, ਤਾਂ ਉਹਨਾਂ ਨੇ ਇਕਨੋਮਿਕਸ ਦੇ ਬਾਰੇ ਵੀ ਜਿਹੜਾ ਹੈ ਗਿਆਨ ਦਿੱਤਾ। ਉਹਨਾਂ ਨੂੰ ਇੱਦਾਂ ਸੀ ਕਿ ਜਿਹੜੀ ਭਾਰਤ ਦੀ ਆਰਥਿਕਤਾ ਹੈ ਉਹ ਬਹੁਤ ਵਧੀਆ ਹੋਵੇ। ਤਾਂ ਡਾਕਟਰ ਰਜਿੰਦਰ ਪ੍ਰਸਾਦ ਕਹਿ ਰਹੇ ਨੇ ਕਿ ਜਿਹੜੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਉਦੇਸ਼ ਉਹਨਾਂ ਸਿਧਾਂਤਾਂ ਨੂੰ ਵੀ ਪ੍ਰਫੁੱਲਤ ਕਰਨਾ ਹੈ, ਵਧਾਉਣਾ ਚੜ੍ਹਾਉਣਾ ਹੈ, ਜਿਨ੍ਹਾਂ ਨਾਲ ਜਨਤਾ ਦੀ ਵੱਧ ਤੋਂ ਵੱਧ ਭਲਾਈ ਹੋਵੇ ਅਤੇ ਇਹ ਦੇਸ਼ ਦੇ ਸ਼ਾਸਨ 'ਚ ਮੌਲਿਕ ਯਾਨੀ ਕਿ ਪਹਿਲਾ ਸਥਾਨ, ਮੇਨ ਜਿਹੜਾ ਸਥਾਨ ਹੈ ਉਹ ਰੱਖਦੇ ਨੇ। ਤਾਂ ਇਸ ਕਰਕੇ ਜਿਹੜਾ ਹੈ ਇਹ ਸਿਧਾਂਤ ਜਿਹੜੇ ਨੇ ਦਿੱਤੇ ਗਏ ਨੇ। ਇਹ ਸਿਧਾਂਤ ਸਰਕਾਰ ਦੀ ਅਗਵਾਈ ਦਾ ਕੰਮ ਕਰਦੇ ਨੇ ਅਤੇ ਅਜਿਹੇ ਆਦਰਸ਼ ਨੇ ਇਹਨਾਂ ਦਾ ਜ਼ਿਕਰ ਕੀਤਾ ਗਿਆ, ਇਹੋ ਜਿਹੇ ਆਦਰਸ਼ ਨੇ ਇਹ ਕਿ ਜੇ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਸਮਾਜ ਦਾ, ਲੋਕਾਂ ਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਵਿਕਾਸ ਹੁੰਦਾ ਹੀ ਚਲਿਆ ਜਾਵੇਗਾ।
ਭਾਵੇਂ ਕੋਈ ਵੀ ਸਿਆਸੀ ਸਰਕਾਰ ਹੋਵੇ, ਕੋਈ ਵੀ ਪਾਰਟੀ ਹੋਵੇ, ਉਹਨਾਂ ਨੂੰ ਇੱਧਰ ਉੱਧਰ ਸਰਕਾਰ ਚਲਾਉਣ ਲਈ ਜਿਹੜਾ ਹੈ ਭਟਕਣਾ ਨਹੀਂ ਹੋਗੀ। ਬਿਕੋਜ਼ ਇਹਦੇ 'ਚ ਕੀ ਦਿੱਤੇ ਗਏ ਨੇ ਕਿ ਰਾਜ ਦੇ ਵਿੱਚ ਜਿਹੜੇ ਹੈ ਨੀਤੀਆਂ ਬਣਾਉਣ ਲੱਗੇ, ਕਿਹੜੇ ਨਿਰਦੇਸ਼ਕ ਤੱਤ ਸਿਧਾਂਤ ਜਿਹੜੇ ਨੇ ਫੋਲੋ ਕਰਨੇ ਨੇ। ਠੀਕ ਹੈ, ਸੋ ਇੰਸਟਰਕਸ਼ਨਸ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ, ਪ੍ਰਿੰਸੀਪਲਸ ਜਿਹੜੇ ਨੇ ਦਿੱਤੇ ਗਏ ਨੇ। ਤਾਂ ਡਾਕਟਰ ਅੰਬੇਦਕਰ ਨੇ ਸੰਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀ ਕਿ ਸੰਵਿਧਾਨ ਦੇ ਇਸ ਭਾਗ ਦਾ ਨਿਰਮਾਣ ਕਰਦੇ ਸਮੇਂ ਸੰਵਿਧਾਨ ਸਭਾ ਭਾਵੇਂ ਵਿਧਾਨ ਮੰਡਲਾਂ ਕਾਰਜਪਾਲਿਕਾ ਨੂੰ ਨਿਰਦੇਸ਼ ਦੇ ਰਹੀ ਹੈ ਅਤੇ ਉਹਨਾਂ ਨੂੰ ਵਿਧਾਨਕ ਅਤੇ ਕਾਰਜਪਾਲਿਕਾ ਸ਼ਕਤੀਆਂ ਦਾ ਕਿਸ ਤਰ੍ਹਾਂ ਪ੍ਰਯੋਗ ਕਰਨਾ। ਮਤਲਬ ਇਹਦੇ 'ਚ ਕੀ ਦੱਸਿਆ ਗਿਆ ਕਿ ਕਿੱਦਾਂ ਜਿਹੜੀਆਂ ਹੈਗੀਆਂ ਸ਼ਕਤੀਆਂ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਨੇ ਜਿਹੜੀਆਂ ਨੇ ਉਹ ਯੂਜ਼ ਕਰਨੀਆਂ ਨੇ। ਉਸ ਤੋਂ ਬਾਅਦ 'ਚ ਹੈ ਸਵਰਗਵਾਸੀ ਚੀਫ ਜਸਟਿਸ ਕੇ.ਸੀ. ਕਾਨੀਆ ਕਹਿ ਰਹੇ ਨੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕੇਵਲ ਬਹੁਸੰਮਤੀ ਵਾਲੇ ਦਲ ਦੀ ਵਕਤੀ ਮਰਜ਼ੀ ਹੀ ਨਹੀਂ ਸਗੋਂ ਸਾਰੇ ਦੇਸ਼ ਦੀ ਸਿਆਣਪ ਦੇ ਪ੍ਰਤੀਕ ਨੇ। ਸੋ ਇਸ ਲਈ ਜਿਹੜੇ ਨੇ ਆਪਾਂ ਰਾਜ ਦੇ ਨੀਤੀ ਨਿਰਦੇਸ਼ਕ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਲਾਗੂ ਕੀਤਾ ਗਿਆ। ਸੋ ਜੇ.ਸੀ. ਜੋਹਰੀ ਵੀ ਕਹਿ ਰਹੇ ਨੇ ਕਿ ਤੀਜੇ ਭਾਗ ਵਿੱਚ ਜਿਹੜੇ ਮੌਲਿਕ ਅਧਿਕਾਰ ਦਿੱਤੇ ਗਏ ਨੇ ਸਾਡੇ ਦੇਸ਼ ਵਿੱਚ ਲੋਕਤੰਤਰੀ ਰਾਜਨੀਤਿਕ ਲੋਕਤੰਤਰ ਦੀ ਨੀਂਹ ਰੱਖਦੇ ਨੇ, ਜਦੋਂ ਕਿ ਚੌਥੇ ਭਾਗ ਵਿੱਚ ਸਕਾਰਾਤਮਕ ਨਿਰਦੇਸ਼ ਦਿੱਤੇ ਗਏ ਨੇ ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲਸ, ਅਤੇ ਜਿਨ੍ਹਾਂ ਨੂੰ ਸਮਾਜਿਕ ਆਰਥਿਕ ਲੋਕਤੰਤਰ ਦਾ ਚਾਰਟਰ ਜਿਹੜਾ ਹੈ ਕਿਹਾ ਜਾ ਸਕਦਾ ਹੈ। ਮੌਲਿਕ ਅਧਿਕਾਰ ਕੀ ਦਿੰਦੇ ਨੇ? ਰਾਜਨੀਤਿਕ ਲੋਕਤੰਤਰ ਦੀ ਨੀਂਹ ਰੱਖਦੇ ਨੇ, ਪਰ ਜਿਹੜੇ ਚੌਥੇ ਭਾਗ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਦਿੱਤੇ ਗਏ ਨੇ ਉਹ ਸਮਾਜਿਕ ਅਤੇ ਆਰਥਿਕ ਲੋਕਤੰਤਰ ਦਾ ਚਾਰਟਰ ਹੈ, ਮਤਲਬ ਉਹਦੇ ਬਾਰੇ ਜਿਹੜੇ ਨੇ ਸਾਨੂੰ ਦੱਸਦੇ ਨੇ। ਡਾਕਟਰ B.K. ਗੋਖਲੇ ਕੀ ਕਹਿ ਰਹੇ ਨੇ ਕਿ ਸੰਖੇਪ ਵਿੱਚ ਉਹ ਅਜਿਹੇ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਨੇ ਜਿਸ ਵਿੱਚ ਨਿਆਂ, ਸੁਤੰਤਰਤਾ, ਸਮਾਨਤਾ ਮੌਜੂਦ ਹੋਵੇ, ਜਨਤਾ ਸੁਖੀ ਹੋਵੇ ਅਤੇ ਸੰਪੰਨ ਹੋਵੇ। ਸਰਕਾਰ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਹੁਣ ਇਹ ਜਿਹੜੇ ਨਿਰਦੇਸ਼ਕ ਸਿਧਾਂਤ ਨੇ 36 ਤੋਂ 51 ਤੱਕ ਦੀਆਂ ਧਾਰਾਵਾਂ ਦੇ ਵਿੱਚ ਜਿਹੜੇ ਨੇ ਇਹ ਵਰਤੇ ਗਏ ਨੇ ਅਤੇ ਇਹਨਾਂ ਦਾ ਸੰਬੰਧ ਮੁਲਕ ਦੇ ਆਰਥਿਕ, ਸਮਾਜਿਕ, ਪ੍ਰਸ਼ਾਸਨਿਕ, ਵਿੱਦਿਆ ਅਤੇ ਅੰਤਰਰਾਸ਼ਟਰੀ ਸਾਰੇ ਖੇਤਰਾਂ ਦੇ ਨਾਲ ਹੈ। ਇਹਨਾਂ ਦਾ ਵਰਗੀਕਰਨ ਔਖਾ ਹੈ, ਪਰ ਫਿਰ ਵੀ ਕੁਝ ਵਿਦਵਾਨਾਂ ਨੇ ਇਸ ਦਾ ਵਰਗੀਕਰਨ ਕੀਤਾ ਹੈ। 4 ਵਰਗਾਂ ਵਿੱਚ ਇਹਨੂੰ ਰੱਖਿਆ ਗਿਆ ਹੈ: ਸਮਾਜਵਾਦੀ ਅਤੇ ਆਰਥਿਕ ਸਿਧਾਂਤ, ਗਾਂਧੀਵਾਦੀ ਸਿਧਾਂਤ, ਉਦਾਰਵਾਦੀ ਸਿਧਾਂਤ, ਅੰਤਰਰਾਸ਼ਟਰੀ ਸਿਧਾਂਤ ਅਤੇ ਸੁਰੱਖਿਆ ਨਾਲ ਸੰਬੰਧਿਤ ਸਿਧਾਂਤ। ਸਮਾਜਵਾਦੀ ਅਤੇ ਆਰਥਿਕ ਸਿਧਾਂਤ, ਕੁਝ ਜਿਹੜੇ ਨੀਤੀ ਨਿਰਦੇਸ਼ਕ ਸਿਧਾਂਤ ਅਜਿਹੇ ਨੇ ਜਿਨ੍ਹਾਂ ਦੀ ਲਾਗੂ ਕਰਨ ਲਈ ਸਮਾਜਵਾਦੀ ਵਿਵਸਥਾ ਜਿਹੜੀ ਹੈ ਕਾਇਮ ਹੋਣ ਦੀ ਸੰਭਾਵਨਾ ਹੁੰਦੀ ਹੈ, ਕਿ ਸਮਾਜਵਾਦੀ ਜਿਹੜੀ ਹੈ ਵਿਵਸਥਾ ਕਾਇਮ ਹੋਵੇ। ਰਾਜ ਅਜਿਹੀ ਸਮਾਜਿਕ ਵਿਵਸਥਾ ਦਾ ਨਿਰਮਾਣ ਕਰੇਗਾ ਜਿਸ ਦੇ ਵਿੱਚ ਨਾਗਰਿਕਾਂ ਦੇ ਰਾਸ਼ਟਰੀ ਜੀਵਨ ਦੇ ਹਰੇਕ ਖੇਤਰ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਪ੍ਰਾਪਤ ਹੋਏਗਾ। ਸਰਕਾਰ ਆਪਣੀਆਂ ਨੀਤੀਆਂ ਐਵੇਂ ਚਲਾਏਗੀ ਕਿ ਮਰਦ ਔਰਤਾਂ ਨੂੰ ਸਮਾਨ ਰੁਜ਼ਗਾਰ ਦੇ ਮੌਕੇ ਅਤੇ ਸਾਧਨ ਪ੍ਰਾਪਤ ਹੋਣਗੇ, ਇੱਕੋ ਜਿਹੀ ਉਹਨਾਂ ਨੂੰ ਤਨਖਾਹ ਮਿਲੇਗੀ ਅਤੇ ਮੁਲਕ ਦੇ ਜਿਹੜੇ ਪਦਾਰਥਕ ਮੈਟੀਰੀਅਲਿਸਟਿਕ ਸਾਧਨਾਂ ਦੀ ਮਾਲਕੀ ਵੰਡ ਹੈ ਉਹ ਇਸ ਤਰ੍ਹਾਂ ਹੋਏ ਕਿ ਜਨਤਾ ਦੀ ਜਿਹੜੀ ਹੈ ਭਲਾਈ ਹੋਵੇ। ਆਰਥਿਕ ਵਿਵਸਥਾ ਐਵੇਂ ਚੱਲੇ ਕਿ ਸਾਧਨਾਂ ਦਾ ਆਮ ਜਨਤਾ ਦੇ ਹਿੱਤਾਂ ਵਿਰੁੱਧ ਕੇਂਦਰੀਕਰਨ ਨਾ ਹੋਵੇ। ਮਜ਼ਦੂਰ ਆਦਮੀ ਅਤੇ ਇਸਤਰੀਆਂ ਦੀ ਸਿਹਤ, ਛੋਟੀ ਉਮਰ ਦੇ ਬੱਚਿਆਂ ਦੀ ਵਿਵਸਥਾ ਦੀ ਗਲਤ ਵਰਤੋਂ ਨਾ ਹੋਵੇ। ਉਹ ਆਪਣੇ ਲੋੜਾਂ ਤੋਂ ਮਜਬੂਰ ਹੋ ਕੇ ਕੋਈ ਐਸਾ ਕੰਮ ਕਰਨ ਲਈ ਮਜਬੂਰ ਨਾ ਹੋਣ ਜੋ ਉਹਨਾਂ ਦੀ ਉਮਰ ਦੇ ਵਿਰੁੱਧ ਹੋਵੇ, ਤਾਕਤ ਦੇ ਵਿਰੁੱਧ ਹੋਵੇ। ਬਚਪਨ ਅਤੇ ਜਵਾਨੀ ਦੇ ਸ਼ੋਸ਼ਣ ਅਤੇ ਸਦਾਚਾਰਕ ਬੁਰਾਈਆਂ ਤੋਂ ਬਚਿਆ ਜਾਵੇ। ਸੋ 42ਵੀਂ ਸ਼ੋਧ ਦੇ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਰਾਜ ਵਿਸ਼ੇਸ਼ ਰੂਪ ਦੇ ਨਾਲ ਅਜਿਹੀ ਨੀਤੀਆਂ ਦਾ ਨਿਰਮਾਣ ਕਰੇਗਾ ਜਿਸ ਦੇ ਨਾਲ ਬੱਚਿਆਂ ਨੂੰ ਸੁਤੰਤਰਤਾ, ਗੌਰਵ ਦੀਆਂ ਹਾਲਾਤਾਂ ਵਿੱਚ ਸਵਸਥ ਰੂਪ ਨਾਲ ਵਿਕਸਿਤ ਹੋਣ ਦੇ ਜਿਹੜੇ ਨੇ ਮੌਕੇ ਪ੍ਰਾਪਤ ਹੋਣਗੇ। ਠੀਕ ਹੈ, ਉਸ ਤੋਂ ਬਾਅਦ 'ਚ ਇੱਕ ਹੋਰ ਅਨੁਛੇਦ 42ਵੀਂ ਸ਼ੋਧ ਦੇ ਵਿੱਚ ਜੋੜਿਆ ਗਿਆ 39A, ਜਿਸ ਦੇ ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਜ ਇਸ ਗੱਲ ਦਾ ਯਤਨ ਕਰੇਗਾ ਕਿ ਸਭ ਨੂੰ ਬਰਾਬਰ ਨਿਆਂ ਮਿਲੇ ਅਤੇ ਉਚਿਤ ਕਾਨੂੰਨ ਦੀਆਂ ਯੋਜਨਾਵਾਂ ਬਣਾਈਆਂ ਜਾਣ। ਸਰਕਾਰ ਜਿੱਥੋਂ ਤੱਕ ਹੋ ਸਕੇ ਇਸ ਗੱਲ ਦਾ ਯਤਨ ਕਰੇ ਕਿ ਸਾਰੇ ਸ਼ਹਿਰੀਆਂ ਨੂੰ ਬੇਕਾਰੀ, ਬੁਢਾਪੇ, ਬਿਮਾਰੀ, ਅੰਗਹੀਣ ਹੋਣ ਦੀ ਹਾਲਤ ਦੇ ਵਿੱਚ ਸਹਾਇਤਾ ਜਿਹੜੀ ਹੈ ਸਰਕਾਰ ਤੋਂ ਪ੍ਰਾਪਤ ਹੋਏਗੀ, ਕੰਮ ਲੱਭਿਆ ਜਾਏਗਾ, ਸਰਕਾਰ ਉਹਨਾਂ ਲਈ ਕੰਮ ਲੱਭੇਗੀ, ਨਾਲ ਹੀ ਵਿੱਦਿਆ ਵੀ ਪ੍ਰਾਪਤ ਕਰਨ ਦੇ ਅਧਿਕਾਰ ਦੇਵੇਗੀ। ਰਾਜ ਮਜ਼ਦੂਰਾਂ ਦੇ ਲਈ ਨਿਆਂਪੂਰਨ ਹਾਲਤਾਂ, ਇਸਤਰੀਆਂ ਦੇ ਵਿੱਚ ਜਿਹੜੀਆਂ ਮੈਟਰਨਿਟੀ ਲੀਵਸ ਹੈ ਜਾਂ ਮੈਟਰਨਿਟੀ ਦੇ ਰਿਲੇਟਡ ਕੋਈ ਵੀ ਹੈਲਪ ਹੈ ਉਸ ਨੂੰ ਦੇਣ ਦਾ ਯਤਨ ਦਿੱਤਾ ਜਾਏਗਾ। ਚੰਗਾ ਵੇਤਨ ਮਜ਼ਦੂਰਾਂ ਨੂੰ, ਹਰੇਕ ਸ਼੍ਰੇਣੀ ਦੀਆਂ ਨੂੰ ਉੱਚਾ ਜੀਵਨ ਪੱਧਰ, ਜ਼ਰੂਰੀ ਕਾਮਿਆਂ ਦਾ ਪ੍ਰਬੰਧ ਜਿਹੜਾ ਹੈ ਕੀਤਾ ਜਾਏਗਾ। 42ਵੀਂ ਸ਼ੋਧ ਦੇ ਵਿੱਚ ਸੰਵਿਧਾਨ ਵਿੱਚ ਇੱਕ ਹੋਰ ਅਨੁਛੇਦ ਜਿਹੜਾ ਹੈ ਜੋੜਿਆ ਗਿਆ ਜਿਸ 'ਚ ਇਹ ਕਿਹਾ ਗਿਆ ਹੈ ਕਿ ਰਾਜ ਜਿਹੜਾ ਹੈ ਉਚਿਤ ਕਾਨੂੰਨ ਜਿਹੜਾ ਹੈ ਉਹ ਲਾਗੂ ਕਰੇਗਾ ਤਾਂ ਕਿ ਕਿਸੇ ਵੀ ਉਦਯੋਗ ਨਾਲ ਸੰਬੰਧਿਤ ਕਾਰੋਬਾਰ ਦੇ ਪ੍ਰਬੰਧ ਦੇ ਵਿੱਚ ਕਿਰਤੀਆਂ ਨੂੰ ਵੀ ਭਾਗ ਲੈਣ ਦਾ ਜਿਹੜਾ ਹੈ ਮੌਕਾ ਮਿਲੇ।
42ਵੀਂ ਸੋਧ ਵਿੱਚ ਇੱਕ ਹੋਰ ਵੀ ਜਿਹੜਾ ਹੈ ਸੰਵਿਧਾਨ ਦੇ ਵਿੱਚ ਅਨੁਛੇਦ ਜੋੜਿਆ ਗਿਆ 48A, ਜਿਸ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਜ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦੇ ਲਈ ਦੇਸ਼ ਦੇ ਜੰਗਲਾਂ ਬਨਸਪਤੀ ਦੀ ਰੱਖਿਆ ਲਈ ਵੀ ਜਿਹੜਾ ਹੈ ਕੋਸ਼ਿਸ਼ ਕਰੇਗਾ, ਯਾਨੀ ਕਿ ਨੀਤੀਆਂ ਬਣਾਏਗਾ। ਸੋ ਜੋ ਵੀ ਸਰਕਾਰ ਨੀਤੀਆਂ ਬਣਾਏਗੀ ਇਸ ਦੇ ਬਾਰੇ ਜਿਹੜਾ ਹੈ ਇਸ 'ਚ ਲਿਖਿਆ ਗਿਆ। 44ਵੀਂ ਸੋਧ ਦੇ ਵਿੱਚ ਸੰਵਿਧਾਨ ਦੇ ਵਿੱਚ ਇੱਕ ਹੋਰ ਅਨੁਛੇਦ 38 ਦੇ ਵਿੱਚ ਇੱਕ ਹੋਰ ਨਿਰਦੇਸ਼ਕ ਸਿਧਾਂਤ ਜੋੜਿਆ ਗਿਆ ਹੈ ਅਤੇ 44ਵੀਂ ਸੋਧ ਅਨੁਸਾਰ ਰਾਜ ਖਾਸ ਕਰਕੇ ਆਮਦਨ ਦੀ ਭਿੰਨਤਾ ਨੂੰ ਘੱਟ ਕਰਨ ਦੀ ਜਿਹੜੀ ਹੈ ਯਤਨ ਕਰੇਗਾ, ਨਾ ਕੇਵਲ ਵਿਅਕਤੀਆਂ ਵਿੱਚ ਬਲਕਿ ਵੱਖ-ਵੱਖ ਧੰਦਿਆਂ ਵਿੱਚ ਲੱਗੇ ਹੋਏ ਲੋਕਾਂ ਦੇ ਸਮੂਹਾਂ ਵਿੱਚ ਪੱਧਰ ਅਤੇ ਸਹੂਲਤਾਂ ਅਤੇ ਮੌਕਿਆਂ ਦੀ ਜਿਹੜੀ ਹੈ ਅਸਮਾਨਤਾ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਹੁਣ ਗਾਂਧੀਵਾਦੀ ਸਿਧਾਂਤ ਜਿਹੜੇ ਨੇ ਉਹ ਕਿਹੜੇ ਨੇ ਕਿ ਰਾਜ ਪੇਂਡੂ ਪੰਚਾਇਤਾਂ ਦਾ ਸੰਗਠਨ ਕਰੇਗਾ, ਬਿਕੋਜ਼ ਗਾਂਧੀ ਜੀ ਚਾਹੁੰਦੇ ਸੀ ਕਿ ਪੰਚਾਇਤਾਂ ਹਰੇਕ ਪਿੰਡ ਦੇ ਵਿੱਚ ਹੋਣ। ਠੀਕ ਹੈ, ਸੋ ਇਸ ਕਰਕੇ ਰਾਜ ਦੇ ਅੰਦਰ ਜਿਹੜਾ ਹੈ ਪੇਂਡੂ ਪੰਚਾਇਤਾਂ ਦਾ ਸੰਗਠਨ ਕੀਤਾ ਜਾਏਗਾ ਅਤੇ ਉਹਨਾਂ ਨੂੰ ਸ਼ਕਤੀਆਂ ਅਤੇ ਅਧਿਕਾਰ ਇੰਨੀਆਂ ਦਿੱਤੀਆਂ ਜਾਣਗੀਆਂ ਕਿ ਉਹ ਆਪਣਾ ਪ੍ਰਬੰਧ ਜਿਹੜਾ ਹੈ ਜਿੰਨਾ ਵੀ ਆਪਣੇ ਏਰੀਏ ਦੇ ਵਿੱਚ ਉਹ ਚੰਗੀ ਤਰ੍ਹਾਂ ਸਫਲਤਾਪੂਰਵਕ ਕਰ ਸਕਣ। ਕਾਟੇਜ ਇੰਡਸਟਰੀ, ਛੋਟੇ ਉਦਯੋਗ, ਬਿਕੋਜ਼ ਉਹ ਚਰਖਾ ਵਗੈਰਾ ਛੋਟੇ ਉਦਯੋਗਾਂ ਦੇ ਵਿੱਚ ਜਿਹੜੇ ਸੀਗੇ ਗਾਂਧੀ ਜੀ ਬਿਲੀਵ ਕਰਦੇ ਸੀ, ਇਸ ਕਰਕੇ ਰਾਜ ਪਿੰਡਾਂ ਦੇ ਵਿੱਚ ਨਿੱਜੀ ਸਹਿਕਾਰੀ ਆਧਾਰ ਦੇ ਉੱਤੇ ਘਰੇਲੂ ਜਿਹੜਾ ਹੈ ਉਦਯੋਗਾਂ ਨੂੰ ਉਤਸ਼ਾਹ ਦੇਵੇਗਾ। ਰਾਜ ਦੇ ਜਿੰਨੇ ਵੀ ਕਮਜ਼ੋਰ ਵਰਗ ਨੇ, ਅਨੁਸੂਚਿਤ ਜਾਤੀਆਂ, ਸ਼ਡਿਊਲ ਕਾਸਟ ਟਰਾਈਬ ਨੇ, ਉਹਨਾਂ ਦੇ ਆਰਥਿਕ ਉੱਨਤੀ ਦੇ ਲਈ ਜਿਹੜਾ ਹੈ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਸਥਾਨ ਪ੍ਰਾਪਤ ਕਰੇਗਾ। ਰਾਜ ਵਿੱਚ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਜੋ ਕਿ ਹਾਨੀਕਾਰਕ ਹੈ ਰੋਕ ਵੀ ਲਾਏਗਾ। ਰਾਜ ਗਊਆਂ, ਵੱਛਿਆਂ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਹੱਤਿਆ ਤੋਂ ਵੀ ਜਿਹੜਾ ਹੈ ਰਾਜ ਨੂੰ ਰੋਕੇਗਾ, ਜਿੰਨੇ ਵੀ ਕੋਈ ਵੀ ਲੋਕ ਅਗਰ ਕਰਦਾ ਹੈ। ਉਦਾਰਵਾਦੀ ਸਿਧਾਂਤ ਕਹਿ ਰਹੇ ਨੇ ਕਿ ਜਿਹੜੇ ਕਿਸੇ ਖਾਸ ਪ੍ਰਕਾਰ ਦੀ ਸ਼੍ਰੇਣੀ 'ਚ ਨਹੀਂ ਆਏ ਉਹਨਾਂ ਨੂੰ ਉਦਾਰਵਾਦੀ ਸਿਧਾਂਤ ਕਹਿੰਦੇ, ਜਿਵੇਂ ਕਿ ਸਰਕਾਰ ਸਾਰੇ ਭਾਰਤੀਆਂ ਦੇ ਨਾਲ ਇੱਕ ਸਮਾਨ ਵਿਵਹਾਰ ਕਰੇਗੀ, ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਲਾਗੂ ਕੀਤਾ ਜਾਏਗਾ। ਸਰਕਾਰ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਤੋਂ ਵੱਖ ਕਰਨ ਦੇ ਉਚਿਤ ਕਦਮ ਜਿਹੜੇ ਹੈ ਉਠਾਏਗੀ। ਸਰਕਾਰ ਸੰਵਿਧਾਨ ਦੇ ਲਾਗੂ ਹੋਣ ਦੇ 10 ਸਾਲਾਂ ਦੇ ਅੰਦਰ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਮੁਫਤ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕਰੇਗੀ, ਕਿ ਜਦੋਂ ਸੰਵਿਧਾਨ ਲਾਗੂ ਹੋ ਜਾਂਦਾ ਉਸ ਤੋਂ 14 ਸਾਲ ਦੇ ਅੰਦਰ ਅੰਦਰ ਸਾਰੇ ਦੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਲਈ ਸਿੱਖਿਆ ਐਜੂਕੇਟ ਕਰਨ ਦੇ ਕੰਮ ਕੀਤੇ ਜਾਣਗੇ। ਸਰਕਾਰ ਖੇਤੀ ਅਤੇ ਪਸ਼ੂ ਪਾਲਣ ਦਾ ਵੀ ਜਿਹੜਾ ਹੈ ਵਿਗਿਆਨਕ ਢੰਗ ਦੇ ਨਾਲ ਇਹ ਚੀਜ਼ਾਂ ਕਰਵਾਏਗੀ, ਪਸ਼ੂ ਪਾਲਣ ਕਿਵੇਂ ਵਿਗਿਆਨਕ ਢੰਗ ਨਾਲ ਕਰਨਾ ਹੈ, ਖੇਤੀ ਕਿਵੇਂ ਵਿਗਿਆਨਕ ਢੰਗ ਨਾਲ ਕਰਨੀ ਹੈ, ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੀ ਜਿਹੜੀ ਹੈ ਕੋਸ਼ਿਸ਼ ਕਰੇਗੀ। ਸਰਕਾਰ ਅਜਿਹੀਆਂ ਯਾਦਗਾਰੀ ਚੀਜ਼ਾਂ ਬਣਵਾਏਗੀ, ਥਾਵਾਂ ਬਣਾਏਗੀ ਜਿਨ੍ਹਾਂ ਨੂੰ ਕਿ ਪਾਰਲੀਮੈਂਟ ਨੇ ਇਤਿਹਾਸਕ ਅਤੇ ਕੌਮੀ ਮਹੱਤਵ ਲਈ ਘੋਸ਼ਿਤ ਕੀਤਾ। ਟੁੱਟਣ ਭੱਜਣ, ਖਰਾਬ ਹੋਣ, ਬਾਹਰ ਵੇਚਣ ਵਗੈਰਾ ਐਕਸਪੋਰਟ ਤੋਂ ਵੀ ਇਹਨਾਂ ਨੂੰ ਬਚਾਏਗੀ। ਸੋ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਸਿਧਾਂਤ। ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਵਧਾਉਣਾ ਵੀ ਜਿਹੜਾ ਹੈ ਸਰਕਾਰ ਕਰੇਗੀ। ਦੂਜੇ ਰਾਜਾਂ ਦੇ ਨਾਲ ਨਿਆਂਪੂਰਨ ਸੰਬੰਧ ਕਾਇਮ ਕਰੇਗੀ, ਸ਼ਾਂਤੀ ਸਮਝੌਤੇ ਕਾਨੂੰਨ ਦੇ ਲਈ ਉਹਨਾਂ ਦੇ ਸਨਮਾਨ ਉਤਪੰਨ ਕਰੇਗੀ ਅਤੇ ਇਸ ਤਰ੍ਹਾਂ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਨੇ ਰਾਜਨੀਤੀ ਦੇ ਉਹ ਬਹੁਤ ਮਹੱਤਵਪੂਰਨ ਨੇ। ਇਹ ਸਿਧਾਂਤ ਕਈ ਵਿਸ਼ਿਆਂ ਨਾਲ ਸੰਬੰਧ ਰੱਖਦੇ ਨੇ ਅਤੇ ਇਹਨਾਂ ਨੂੰ ਆਪਸ ਵਿੱਚ ਕਿਸੇ ਵਿਸ਼ੇਸ਼ ਫਿਲਾਸਫੀ ਨਾਲ ਨਹੀਂ ਜੋੜਿਆ ਗਿਆ, ਇਹ ਚੀਜ਼ ਸੁਭਾਵਿਕ ਹੈ, ਪਰ ਫਿਰ ਵੀ ਜਿਹੜਾ ਹੈ ਇਹਨਾਂ ਦੇ ਅਕੋਰਡਿੰਗ ਜਿਹੜੇ ਹੈਗੇ ਨੇ ਪ੍ਰਿੰਸੀਪਲਸ ਬਣਾਏ ਜਾਂਦੇ ਨੇ, ਡਾਇਰੈਕਟ ਕੀਤਾ ਜਾਂਦਾ ਕਿ ਰਾਜ ਨੇ ਕਿਹੜੀਆਂ ਚੀਜ਼ਾਂ ਜਿਹੜੀਆਂ ਹੈ ਕਰਨੀਆਂ ਨੇ। ਠੀਕ ਹੈ, ਸੋ ਨੈਕਸਟ ਆਪਾਂ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ ਕਰਾਂਗੇ। ਸੋ ਥੈਂਕ ਯੂ ਸੋ ਮਚ, ਮਿਲਦੇ ਨਵੇਂ ਵੀਡੀਓ ਦੇ ਨਾਲ।